कारोबार संबंधी इश्तिहार लगवाउण लई संपर्क करो साडे नंबर 2013124180 ਜਾਂ ਸਾਡੀ ईमेल आईडी preetnamausa@gmail.com। आप गाड़ी से आया हूँ, मैं सब्जी लेने जा रहा, गाड़ी खड़ी करके मैं सब्जी लेने जा रहा था, वो ठाक से मार दिया, तुरंत मेरे यहाँ पे लगा हुआ है। ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਇੱਕ ਸ਼ਰਾਬੀ ਪੁਲਿਸ ਮੁਲਾਜ਼ਮ ਨੇ ਨਸ਼ੇ ਦੀ ਹਾਲਤ 'ਚ ਸੜਕ ਤੇ ਖੜੀਆਂ 4 ਦੇ ਕਰੀਬ ਬਾਈਕਾਂ ਨੂੰ ਟੱਕਰ ਮਾਰ ਦਿੱਤੀ ਅਤੇ ਇਸ ਦੇ ਨਾਲ 2 ਨੌਜਵਾਨਾਂ ਨੂੰ ਵੀ ਟੱਕਰ ਮਾਰ ਦਿੱਤੀ, ਜਿਸ ਕਾਰਨ ਨੌਜਵਾਨ ਜ਼ਖਮੀ ਹੋ ਗਏ। ਕਿਸੇ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਲੋਕਾਂ ਦਾ ਕਹਿਣਾ ਹੈ ਕਿ ਉਹ ਸੜਕ ਤੇ ਖੜੇ ਸੀ ਤਾਂ ਪਿੱਛੋਂ ਤੋਂ ਆ ਰਹੇ ਇੱਕ ਵਾਹਨ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਹੈ ਅਤੇ ਕਈ ਬਾਈਕ ਨੂੰ ਟੱਕਰ ਮਾਰ ਦਿੱਤੀ। ਵਾਹਨ ਦਾ ਡਰਾਈਵਰ ਸ਼ਰਾਬ ਦੇ ਨਸ਼ੇ 'ਚ ਤੋਂ ਪੁਲਿਸ ਮੁਲਾਜ਼ਮ ਸੀ। ਜਦੋਂ ਉਹਨਾਂ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਉਲਟਾ ਨਸ਼ੇ ਦੀ ਹਾਲਤ ਵਿੱਚ ਲੜਾਈ ਸ਼ੁਰੂ ਕਰ ਦਿੱਤੀ। ਵਿਜੇ ਨਗਰ ਚੌਂਕੀ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। थे और एक पुलिस वाले दारू पी के गाड़ी चला रहे थे, उन्होंने डायरेक्ट ठोक दिया। हम सब्जी लेने जा रहे थे, यहाँ पे चक्का चढ़ते चढ़ते दूसरी गाड़ी हमें यहाँ पे डायरेक्ट आके लगा हुआ। किस रोड की बात है? ये बटाला रोड की बात है। तो दारू पी हुई है? बहुत ज़्यादा पिया हुआ है, इतना पिया हुआ है उसको पूरा होश ही नहीं है। वर्दी में है। कितने लोगों को टक्कर मारी? उन्होंने 5-6 लोगों को टक्कर मारी, 5-6 गाड़ियाँ भी टूट गई। आप किस पे थे? मैं आप गाड़ी से आया हूँ, मैं सब्जी लेने जा रहा, गाड़ी खड़ी करके मैं सब्जी लेने जा रहा था, वो ठाक से मार दिया, तुरंत मेरे यहाँ पे लगा हुआ है। पुलिस वाला किस गाड़ी में था? पुलिस वाला गाड़ी मारुति में था। अच्छा, अभी क्या मैं चाहता हूँ मेरा इलाज होना चाहिए। वो जो पुलिस वाले ने किया है उनको सजा मिलना चाहिए। इतना पिए हुए पूरा होश भी नहीं है, इस पी के गाड़ी चला रहे। अरे ये जो मतलब कि अब अभी जो ये इंटरनेट का आया हुआ है, इनके कोई कानून रहेगा? मैं कह रहा हूँ पुलिस वाले को लिए कौन सा कानून लगेगा ये बताइए ना। सरकार कहती है कि मैं कानून लेके आता हूँ, इनको क्या कौन सा कानून है इनके ऊपर बताइए। सरकार मैं अपना विशाल ਇੱਥੇ ਜਵਾਹਰ ਨਗਰ ਦਾ ਗਿਆ। ਕੀ ਹੋਇਆ ਤੁਹਾਡਾ? ਠੀਕ ਹੈ, ਮੇਰੇ ਨਾਲ ਇਹਨੇ ਮੁਲਾਜ਼ਮ ਨੇ ਹੱਥੋਂ-ਪਾਈ ਕੀਤੀ। ਕਿਹੜਾ ਮੁਲਾਜ਼ਮ? ਆ ਜਿਸ ਕੀ ਨਾਂ ਹੈ? ਅੱਛਾ, ਵਰਦੀ ਭਾਈ? ਹਾਂ, ਵਰਦੀ ਪਾਈ ਹੋਈ ਹੈ। ਇਹਨੇ ਗੱਡੀ ਦੇ ਵਿੱਚ ਮਸਲਾ ਕੁਛ ਨਹੀਂ ਆਇਆ। ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੂੰ ਦਾਰੂ ਪੀਤੀ ਹੈ ਤੇ ਫਿਰ ਉਹਨੇ ਫਿਰ ਵੀ ਮੇਰੇ ਨਾਲ ਤਾਂ ਹੱਥੋਂ-ਪਾਈ ਕੀਤੀ ਹੈ। ਕੀ ਹੋਇਆ ਤੁਹਾਡੇ ਨਾਲ? ਮੇਰੇ ਨਾਲ ਹੱਥੋਂ-ਪਾਈ ਕੀਤੀ। ਹੁਣ ਕੀ ਚਾਹੁੰਦੇ ਹੋ? ਮੈਂ ਚਾਹੁੰਦਾ ਕਿ ਪ੍ਰਸ਼ਾਸਨ ਦੀ ਮਿਹਰਬਾਨੀ ਦੇ ਨਾਲ ਆਪਣਾ ਕਾਰਵਾਈ ਕੀਤੀ ਜਾਵੇ। ਬਸ ਕਿੰਨਾ ਨੁਕਸਾਨ ਹੋਇਆ ਤੇ? ਨੁਕਸਾਨ ਸਾਰਿਆਂ ਦਾ ਹੋਇਆ। 5-6 ਮੋਟਰਸਾਈਕਲ ਸੁੱਟੇ ਨੇ। ਗੱਡੀ ਆਪਣੀ ਹੱਥੋਂ ਪਾਈ ਕਿਉਂ ਹੋਈ ਤੁਹਾਡੇ ਨਾਲ? ਹੱਥ ਪਾਈ ਇਸ ਕਰਕੇ ਹੋਈ ਕਿ ਤੂੰ ਮੈਨੂੰ ਕਿਉਂ ਕਿਹਾ ਵਾ, ਮਤਲਬ ਕਿ ਉਹ ਵਰਦੀ ਦੇ ਵਿੱਚ ਬਸ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਤੇ ਮਤਲਬ ਬਚਾਅ ਹੋਇਆ ਜੀ। ਬਚਾਅ ਹੋ ਗਿਆ ਆਪਣੇ ਪੱਤਰਕਾਰ ਭਰਾਵਾਂ ਦੇ ਨਾਲ ਕਰਕੇ, ਇਸ ਕਰਕੇ ਬਚਾਅ ਹੋਇਆ ਮੇਰਾ। ਮਾਨੂੰ ਮੇਰੇ ਪਾਪਾ ਮੋਟਰਸਾਈਕਲ ਤੋਂ ਆਂਦੇ, ਮੇਰੀ ਗੱਲ ਸੁਣੋ। ਹੁਣ ਇਹ ਰਾਤ ਨੂੰ ਤੁਸੀਂ ਮੋਟਰਸਾਈਕਲ ਗੱਡੀ ਮਾਰਨ ਦੇ ਮੇਰੇ ਪਾਪੇ ਦੇ ਉਹਦੇ ਮੋਟਰਸਾਈਕਲ 'ਚ ਉਹਨਾਂ ਦੀ ਅੱਖ ਦੇ ਵੱਜੀ। ਆਮ ਬੰਦੇ ਨੂੰ ਹੋਵੇ ਉਤੋਂ ਔਖਾ ਬੋਲ ਰਿਹਾ ਯਾਰ ਮੇਰੇ ਪਾਪੇ ਨਾਲ। ਇਹ ਭਰਾ ਹੀ ਆ ਮੇਰਾ। ਹਾਂ, ਕੋਈ ਗੱਲ ਨਹੀਂ ਹੋਇਆ ਜੀ, ਆਹ ਦੱਸੋ। ਯਾਰ ਉਧਰੋਂ ਆਂਦੇ ਸੀ, ਇਹਨਾਂ ਨੇ ਪੀਤੀ ਦਾਰੂ। ਕਿੰਨਾਂ ਨੇ? ਆ ਜਿਹੜੇ ਗੱਡੀ ਚਲਾਉਂਦੇ ਮੁਲਾਜ਼ਮ ਨੇ ਪੀਤੀ ਦਾਰੂ, ਉਹਨਾਂ ਨੇ ਮਾਰੀ ਵਿੱਚ। ਠੀਕ ਆ, ਬਟਾਲਾ ਰੋਡ ਤੇ ਜਿਹੜਾ ਹੋਇਆ ਮਾਮਲਾ ਜੀ, ਸਾਡਾ ਮੁਲਾਜ਼ਮ ਆ ਰਿਹਾ ਸੀ ਕਾਰ ਤੇ ਜੀ, ਤੇ ਉਹਨੇ ਹੋ ਸਕਦਾ ਡਰਿੰਕ ਕੀਤੀ ਹੋਵੇ ਜੀ। ਡਰਿੰਕ ਕਰਕੇ ਤੇ ਉਹ ਗੱਡੀਆਂ ਉਹਦੇ ਕੋਲ ਗੱਡੀ ਬੇਕਾਬੂ ਹੋ ਗਈ ਹੈ। ਉਹਨੇ 3-4 ਮੋਟਰਸਾਈਕਲ ਭੰਨਤੇ ਆ ਤੇ ਸੱਟਾਂ ਲੱਗੀਆਂ 3-4 ਜਗ੍ਹਾ। ਵਰਦੀ ਪਾਈ ਹੋਈ ਹੈ? ਵਰਦੀ ਪਾਈ ਹੈ। ਦਾਰੂ ਪੀਤੀ ਹੋਈ ਹੈ? ਹੋ ਸਕਦਾ ਪੀਤੀ ਹੋਈ ਜੀ, ਮੈਂ ਚੈੱਕ ਨਹੀਂ ਕੀਤਾ ਜੀ। ਪਰ ਆਮ ਜਨਤਾ ਦੇ ਇਲਜ਼ਾਮ ਹੈ ਕਿ ਪੁਲਿਸ ਵਾਲੇ ਪੁਲਿਸ ਦੀ ਸਾਈਡ ਲੈ ਰਹੇ ਜੀ। ਇਹ ਤਾਂ ਤੁਹਾਨੂੰ ਲੱਗਦਾ, ਪਰ ਮੈਨੂੰ ਨਹੀਂ ਲੱਗਦਾ ਜੀ। ਇਹ ਤਾਂ ਮੈਂ ਤੁਸੀਂ ਸਾਹਮਣੇ ਹੀ ਆ, ਦਰਖਾਸਤ ਲੈ ਕੇ ਆਓਗੇ, ਮੈਂ ਜੋ ਬਣਦੀ ਕਾਨੂੰਨੀ ਕਾਰਵਾਈ ਉਹ ਕਰਾਂਗਾ। ਨਾਮ ਹੈ ਮੁਲਾਜ਼ਮ ਦਾ? ਕੀ ਰੈਂਕ ਹੈ? ਉਹਦਾ ਨਾਮ ਹੈ ਜੀ ਕਾਂਸਟੇਬਲ ਪ੍ਰਨਾਮ ਸਿੰਘ ਹੈ ਜੀ। ਕਿੱਥੇ ਡਿਊਟੀ ਇਹਨਾਂ ਦੀ? ਉਹ ਸਾਡਾ ਡਿਊਟੀ ਕਰਦਾ ਪ੍ਰਾਈਵੇਟ ਕਿਸੇ ਬੰਦੇ ਦੇ ਨਾਲ ਉਹ ਗੱਲ ਮੈਂ ਸਰ ਸਵੇਰੇ ਵੀ ਕੁਝ ਐਕਟਿਵਾ ਨੂੰ ਜਿਹੜੀ ਟੱਕਰ ਮਾਰੀ ਗਈ ਸੀ। ਹਾਂਜੀ। ਕੀ ਜਾਪਦਾ ਜੀ? ਡਰਿੰਕ ਹੋਈ ਸੀ ਇਹਦੇ? ਉਹਨਾਂ ਦਾ ਸਵੇਰੇ ਰਾਜੀਨਾਮਾ ਹੋ ਗਿਆ ਸੀ। ਕੀ ਜਾਪਦਾ ਜੀ ਵਰਦੀ ਪਾ ਕੇ ਇਸ ਤਰ੍ਹਾਂ ਦੇ ਹੋਣੀ ਚਾਹੀਦੀ ਇਹ ਗੱਲ? ਇਹ ਮੈਂ ਕਿਹਾ ਹੋਣੀ ਤਾਂ ਨਹੀਂ ਚਾਹੀਦੀ, ਕਿਸੇ ਦੀ ਵੀ ਨਹੀਂ ਹੋਣੀ ਚਾਹੀਦੀ, ਭਾਵੇਂ ਵਰਦੀ ਪਾਈ ਆ ਭਾਵੇਂ ਨਹੀਂ ਪਾਈ। ਇਹ ਇੱਦਾਂ ਕਿਤੇ ਵੀ ਨਹੀਂ, ਕਿਸੇ ਬੰਦੇ ਨੂੰ ਵੀ ਨਹੀਂ ਹੋਣੀ ਚਾਹੀਦੀ। ਲੋਕਾਂ ਵੱਲੋਂ ਜਿਹੜਾ ਉਹ ਜਾਣ ਨਹੀਂ ਦਿੱਤਾ ਜਾ ਰਿਹਾ, ਜਿਹੜੀ ਗੱਡੀ ਉਹਨੂੰ ਜਾਣ ਨਹੀਂ ਦਿੱਤਾ ਜਾ ਰਿਹਾ, ਕੀ ਕਾਰਵਾਈ ਹੋਏਗੀ? ਉਹ ਕਾਰਵਾਈ ਵੇਖੋ, ਇਹ ਜਾਣ ਦੇਣਗੇ ਤੇ ਫਿਰ ਆਪਾਂ ਬੰਦੀ। ਜਨਾਬ, ਆਮ ਜਨਤਾ ਨੇ ਮਿਸਬਿਹੇਵ ਕੀਤਾ ਸਾਡੇ ਜੋ ਵੀਡੀਓ ਪਈ ਹੋਈ ਹੈ। ਚਲੋ ਤਾਂ ਆਪਾਂ ਜਾ ਕੇ ਜਦੋਂ ਜਿਹੜੀ ਆਓਗੇ ਤੁਸੀਂ ਸਾਡੇ ਕੋਲ, ਤਾਂ ਆਪਾਂ ਜੋ ਕਾਨੂੰਨੀ ਕਾਰਵਾਈ ਹੈ ਉਹ ਕਰਦੇ ਹਾਂ।
ਕੈਨੇਡਾ ਦੇ ਗਾਜ਼ਾ ਪੱਟੀ ਦੇ ਨਾਗਰਿਕਾਂ ਲਈ ਵੱਡਾ ਐਲਾਨ ਕੀਤਾ ਹੈ। ਕੈਨੇਡਾ ਨੇ ਉਹਨਾਂ ਲੋਕਾਂ ਨੂੰ ਸਥਾਈ ਵੀਜ਼ਾ ਦੇਣ ਦਾ ਐਲਾਨ ਕੀਤਾ ਹੈ ਜਿਨ੍ਹਾਂ ਦੇ ਰਿਸ਼ਤੇਦਾਰ ਕੈਨੇਡਾ ਵਿੱਚ ਰਹਿੰਦੇ ਨੇ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਕ ਨੇ ਦੱਸਿਆ ਕਿ ਇਹ ਮੁਹਿੰਮ 9 ਜਨਵਰੀ ਤੋਂ ਸ਼ੁਰੂ ਹੋ ਸਕਦੀ ਹੈ। ਹਾਲਾਂਕਿ ਕੈਨੇਡੀਅਨ ਸਰਕਾਰ ਨੇ ਜੰਗ ਪ੍ਰਭਾਵਿਤ ਖੇਤਰ ਤੋਂ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਦਾ ਕੋਈ ਭਰੋਸਾ ਨਹੀਂ ਦਿੱਤਾ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਕ ਨੇ ਕਿਹਾ ਹੈ ਕਿ ਸਰਕਾਰ ਗਾਜ਼ਾ ਤੋਂ 660 ਕੈਨੇਡੀਅਨ ਨਾਗਰਿਕਾਂ, ਸਥਾਈ ਨਿਵਾਸੀਆਂ ਅਤੇ ਉਹਨਾਂ ਦੇ ਜੀਵਨ ਸਾਥੀਆਂ ਤੇ ਬੱਚਿਆਂ ਨੂੰ ਕੱਢਣ ਦੇ ਧਿਆਨ ਕੇਂਦਰਿਤ ਕਰ ਰਹੀ ਹੈ। ਮਾਰਕ ਮਿਲਕ ਨੇ ਕਿਹਾ ਹੈ ਕਿ ਸਰਕਾਰ ਮਾਪਿਆਂ, ਦਾਦਾ-ਦਾਦੀ, ਭੈਣ-ਭਰਾ ਤੇ ਪੋਤੇ-ਪੋਤੀਆਂ ਸਮੇਤ ਕੈਨੇਡਾ ਵਿੱਚ ਪਰਿਵਾਰਕ ਸਬੰਧਾਂ ਵਾਲੇ ਲੋਕਾਂ ਦੀਆਂ ਅਰਜ਼ੀਆਂ ਸਵੀਕਾਰ ਕਰਨੀਆਂ ਸ਼ੁਰੂ ਕਰੇਗੀ। ਮਾਰਕ ਮਿਲਕ ਨੇ ਅੱਗੇ ਕਿਹਾ ਹੈ ਕਿ ਸਰਕਾਰ ਮਾਪਦੰਡਾਂ ਤੇ ਖਰਾ ਉਤਰਨ ਵਾਲਿਆਂ ਨੂੰ 3 ਸਾਲ ਲਈ ਵੀਜ਼ਾ ਦੇਵੇਗੀ। ਮਾਰਕ ਮਿਲਕ ਨੇ ਇਹ ਵੀ ਕਿਹਾ ਹੈ ਕਿ ਉਹ ਯਕੀਨੀ ਨਾਲ ਨਹੀਂ ਕਹਿ ਸਕਦੇ ਇਸ ਮੁਹਿੰਮ ਤਹਿਤ ਕਿੰਨੇ ਲੋਕ ਕੈਨੇਡਾ ਆ ਸਕਦੇ ਨੇ, ਪਰ ਉਹਨਾਂ ਇਹ ਜ਼ਰੂਰ ਕਿਹਾ ਹੈ ਕਿ ਇਹ ਗਿਣਤੀ ਸੈਂਕੜਿਆਂ ਵਿੱਚ ਜ਼ਰੂਰ ਹੋ ਸਕਦੀ ਹੈ। ਮਾਰਕ ਮਿਲਕ ਨੇ ਅੱਗੇ ਕਿਹਾ ਹੈ ਕਿ ਗਾਜ਼ਾ ਤੋਂ ਕੈਨੇਡੀਅਨ ਨਾਗਰਿਕਾਂ ਨੂੰ ਕੱਢਣਾ ਮੁਸ਼ਕਿਲ ਹੋ ਗਿਆ ਕਿਉਂਕਿ ਸਾਡੀਆਂ ਸਮਰੱਥਾਵਾਂ ਸੀਮਿਤ ਨੇ। ਦੱਸ ਦੇਈਏ, ਹਮਾਸ ਦੇ ਅੱਤਵਾਦੀਆਂ ਨੇ 7 ਅਕਤੂਬਰ ਨੂੰ ਇਜ਼ਰਾਈਲ ਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਇਜ਼ਰਾਈਲ ਨੇ ਹਮਾਸ ਦੇ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਹੈ। ਹਮਾਸ ਦੇ ਹਮਲੇ ਵਿੱਚ 1200 ਤੋਂ ਵੱਧ ਇਜ਼ਰਾਈਲੀ ਲੋਕ ਮਾਰੇ ਗਏ ਨੇ। ਹਮਾਸ ਦੇ ਅੱਤਵਾਦੀਆਂ ਨੇ 200 ਤੋਂ ਵੱਧ ਇਜ਼ਰਾਈਲ ਨਾਗਰਿਕਾਂ ਨੂੰ ਬੰਦਕ ਬਣਾ ਲਿਆ। ਇਸ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ ਪੱਟੀ ਤੇ ਬੰਬਾਰੀ ਸ਼ੁਰੂ ਕਰ ਦਿੱਤੀ ਹੈ। ਇਸ ਹਮਲੇ ਵਿੱਚ ਗਾਜ਼ਾ ਨੇ 12,000 ਤੋਂ ਵੱਧ ਲੋਕ ਮਾਰੇ ਗਏ ਨੇ। ਗਾਜ਼ਾ ਵਿੱਚ ਕਈ ਇਮਾਰਤਾਂ ਤਬਾਹ ਹੋ ਗਈਆਂ ਨੇ। ਸੰਯੁਕਤ ਰਾਸ਼ਟਰ ਉੱਥੇ ਮਨੁੱਖੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਇਜ਼ਰਾਈਲ ਲਗਾਤਾਰ ਉਹਨਾਂ ਇਮਾਰਤਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਜੋ ਹਮਾਸ ਦੇ ਕੰਟਰੋਲ 'ਚ ਨੇ। ਹਾਲਾਂਕਿ ਸੰਯੁਕਤ ਰਾਸ਼ਟਰ ਵਿੱਚ ਜੰਗ ਪੱਧੀ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ। ਖਤਰਨਾਕ ਚਾਈਨਾ ਡੋਰ ਦੇ ਗਟੂਆਂ ਸਮੇਤ ਬਟਾਲਾ ਪੁਲਿਸ ਦੀ ਅਰਬਨ ਸਟੇਟ ਪੁਲਿਸ ਚੌਂਕੀ ਦੀ ਟੀਮ ਵੱਲੋਂ ਏਐਸਆਈ ਬਲਦੇਵ ਸਿੰਘ ਦੀ ਅਗਵਾਈ ਹੇਠ ਮੁਖਬੀਰ ਖਾਸ ਦੀ ਇਤਲਾਹ ਤੇ ਉਮਰਪੁਰਾ ਚੌਂਕ ਵਿੱਚ ਸਥਿਤ ਇੱਕ ਦੁਕਾਨਦਾਰ ਦੇ ਘਰ ਅੰਦਰੋਂ ਚਾਈਨਾ ਡੋਰ ਦੇ 105 ਗਟੂ ਬਰਾਮਦ ਕਰਦੇ ਹੋਏ ਦੁਕਾਨਦਾਰਾਂ ਨੂੰ ਕਾਬੂ ਕੀਤਾ ਗਿਆ। 188 ਧਾਰਾ ਤਹਿਤ ਕੇਸ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਆਪਾਂ ਟੋਟਲ 105 ਗੱਟੂ ਜਿਹੜੇ ਫੜੇ ਆ, ਸਾਨੂੰ ਮੁਖਬਰ ਨੇ ਕੋਈ ਇਤਲਾਹ ਦਿੱਤੀ ਸੀ ਤੇ ਅਸੀਂ 3-4 ਦਿਨ ਦੇ ਤੋਂ ਨਜ਼ਰ ਰੱਖੀ ਸੀ ਕਿ ਜਦੋਂ ਸਾਨੂੰ ਪਤਾ ਲੱਗਾ ਸੀ ਕਿ ਚਾਈਨਾ ਡੋਰ ਗੱਟੂ ਵੇਚਣ ਦਾ ਕੰਮ ਕਰ ਰਿਹਾ। ਇਹ ਬੰਦਾ ਹੈਗਾ ਉਹ ਮਨਦੀਪ ਸਿੰਘ ਹੈ ਜੀ, ਉਮਰਪੁਰੇ ਦਾ। ਇਹ ਆਪਣੇ ਘਰੇ ਹੀ ਜਿਹੜਾ ਵਾ ਜਿਹੜੇ ਗਾਹਕਾਂ ਨੂੰ ਜਿਹੜਾ ਵਾ ਚਾਈਨਾ ਗੱਟੂ ਵੇਚਦਾ ਸੀ। ਇਹਨੂੰ ਕੱਲ੍ਹ ਸ਼ਾਮੀ ਆਪਾਂ ਜਿਹੜਾ ਵਾ ਮੁਖਬਰ ਦੀ ਇਤਲਾਹ ਉੱਤੇ ਇਹਨੂੰ ਕਾਬੂ ਕੀਤਾ ਤੇ 105 ਚਾਈਨਾ ਡੋਰ ਦੇ ਗੱਟੂ ਜਿਹੜੇ ਬਰਾਮਦ ਕੀਤੇ ਨੇ ਤੇ ਇਹਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। ਧਾਰਾ 188 IPC ਤਹਿਤ ਅਸੀਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਵੀ ਜਿਹੜੀ ਚਾਈਨਾ ਡੋਰ ਦੀ ਹੈ ਨਾ ਇਹ ਖਰੀਦਣ ਤੇ ਨਾ ਕੋਈ ਵੇਚੇ, ਕਿਉਂ ਇਹ ਚਾਈਨਾ ਡੋਰ ਜਿਹੜੀ ਹੈ ਇਹ ਇਨਸਾਨਾਂ ਵਾਸਤੇ ਵੀ ਮਾੜੀ ਹੈ ਤੇ ਜਾਨਵਰਾਂ ਜਿਹੜੇ ਆਪਣੇ ਪਸ਼ੂ ਪੰਛੀ ਹੈ ਇਹਨਾਂ ਵਾਸਤੇ ਵੀ ਮਾੜੀ ਹੈ। ਸਾਡੀ ਇਹੋ ਅਪੀਲ ਹੈ ਵੀ ਚਾਈਨਾ ਡੋਰ ਦੀ ਵਰਤੋਂ ਨਾ ਕਰਨ। ਜੇਕਰ ਅਸੀਂ ਜੇ ਚਾਈਨਾ ਡੋਰ ਖਰੀਦਾਂਗੇ ਨਾ ਤੇ ਕੋਈ ਵੇਚਣ ਵਾਲਾ ਜਿਹੜਾ ਉਹਦਾ ਆਪਣੇ ਆਪ ਹੀ ਕੰਮ ਬੰਦ ਹੋ ਜਾਏਗਾ। ਸਾਡੀ ਤੇ ਇਹੋ ਅਪੀਲ ਆ, ਦੁਕਾਨਦਾਰਾਂ ਨੂੰ ਅਪੀਲ ਆ ਕਿ ਦੂਜੀ ਜਿਹੜੀ ਸਿੰਪਲ ਡੋਰ ਵੇਚਣ, ਚਾਈਨਾ ਡੋਰ ਦੀ ਜਿਹੜੀ ਆ ਇਹ ਵਿਕਰੀ ਨਾ ਕਰਨ। ਜੇਕਰ ਫਿਰ ਵੀ ਇਹ ਨਹੀਂ ਬਾਜ ਆਉਣਗੇ ਤੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ। बीजेपी की सारी एजेंसीज कई रेड मार चुकी हैं, कई लोगों को गिरफ्तार कर चुकी हैं। फर्जी केस में आम आदमी पार्टी के कई नेताओं को इन्होंने अभी तक जेल में रखा हुआ है। किसी के भी खिलाफ कोई सबूत नहीं है, कुछ साबित नहीं। अगर कानूनी रूप से सही समन आएगा तो मैं पूरा सहयोग करूंगा। बीजेपी का मकसद जांच करना तो है ही नहीं। इनका मकसद तो लोकसभा चुनाव में मुझे प्रचार करने से रोकना है। ठीक लोकसभा चुनाव के पहले इन्होंने मुझे समन भेजा। आज हम बीजेपी का मुकाबला क्यों कर पा रहे हैं? क्योंकि हमने कोई भ्रष्टाचार नहीं किया। अगर हमने जरा सा भी गलत काम किया होता तो दूसरे भ्रष्टाचारी नेताओं की तरह कई बार सुना होगा। 2 साल से बीजेपी की सारी एजेंसीज कई रेड मार चुकी हैं, कई लोगों को गिरफ्तार कर चुकी हैं, लेकिन अभी तक एक भी पैसे का हेरफेर कहीं नहीं मिला। कहीं से एक भी पैसा नहीं मिला। अगर भ्रष्टाचार वाकई हुआ है तो इतने करोड़ों रुपए गए कहां? क्या सारा पैसा हवा में गायब हो गया? सच्चाई यह है कि किसी तरह का कोई भ्रष्टाचार हुआ ही नहीं।
अगर होता तो पैसा भी मिलता। ऐसे फर्जी केस में आम आदमी पार्टी के कई नेताओं को इन्होंने अभी तक जेल में रखा हुआ है। किसी के भी खिलाफ कोई सबूत नहीं है, कुछ साबित नहीं हो रहा, खुलेआम गुंडागर्दी चल रही है, किसी को भी पकड़ के जेल में डाल दो। अब बीजेपी मुझे गिरफ्तार करना चाहती है। मेरी सबसे बड़ी संपत्ति, मेरी सबसे बड़ी ताकत मेरी ईमानदारी है। झूठे आरोप लगा के, फर्जी समन भेज के ये मुझे बदनाम करना चाहते हैं, मेरी ईमानदारी पे चोट करना चाहते हैं। इन्होंने मुझे समन भेजे हैं। मेरे वकीलों ने मुझे बताया कि ये समन गैर कानूनी है। क्यों गैर कानूनी है? ये मैंने इनको विस्तार से लिख के भेजा है। मैंने बताया है कि उनके समन कैसे गैर कानूनी है, लेकिन उन्होंने मेरी एक भी बात का जवाब नहीं दिया। इसका मतलब उनके पास मेरी बातों का जवाब नहीं है। इसका मतलब वे भी मानते हैं कि उनका नोटिस गैर कानूनी है। क्या मुझे एक गैर कानूनी समन का पालन करना चाहिए? अगर कानूनी रूप से सही समन आएगा तो मैं पूरा सहयोग करूंगा। बीजेपी का मकसद जांच करना तो है ही नहीं। इनका मकसद तो लोकसभा चुनाव में मुझे प्रचार करने से रोकना है। ठीक लोकसभा चुनाव के पहले इन्होंने मुझे समन भेजा है। क्यों? इस जांच को चलते 2 साल हो गए, अभी ठीक लोकसभा चुनाव के पहले मुझे क्यों बुलाया जा रहा है? पहले क्यों नहीं बुलाया? सीबीआई ने मेरे को 8 महीने पहले बुलाया था, मैं सीबीआई में गया था, उनके सारे जवाब भी दिए थे। लेकिन अब ये लोग ठीक लोकसभा चुनाव के 2 महीने पहले मुझे बुला रहे हैं। तो बीजेपी का मकसद कोई पूछताछ करना थोड़ी है। इनका मकसद है पूछताछ के बहाने केजरीवाल को बुला लो और उसे गिरफ्तार कर लो, ताकि मैं लोकसभा चुनाव में प्रचार न कर पाऊं। आज बीजेपी भ्रष्टाचारियों को नहीं पकड़ रही, बल्कि खुलेआम ईडी और सीबीआई का इस्तेमाल करके दूसरी पार्टियों के नेताओं को तोड़ के बीजेपी में शामिल करवाने का काम किया जा रहा है। 1 नहीं, 2 नहीं, कितने उदाहरण हैं जहां किसी पार्टी के नेता के खिलाफ ईडीआई सीबीआई के मामले चल रहे थे या उन पे गंभीर आरोप लगे हुए थे। जैसे ही वो नेता बीजेपी में शामिल हुए, उनके सारे पुराने मामले बंद कर दिए गए या ठंडे बस्ते में डाल दिए गए। तो जो इनकी पार्टी ज्वाइन कर लेता है उसके सारे मामले रफा दफा कर दिए जाते हैं। जो इनकी पार्टी में नहीं जाता वो जेल जाता है। आज मनीष सिसोदिया, संजय सिंह और विजय नायर इसलिए जेल में नहीं है कि उन्होंने भ्रष्टाचार किया है, वो इसलिए जेल में है क्योंकि उन्होंने बीजेपी में शामिल होने से इनकार कर दिया है। आज हम बीजेपी का मुकाबला क्यों कर पा रहे हैं? क्योंकि हमने कोई भ्रष्टाचार नहीं किया। अगर हमने जरा सा भी गलत काम किया होता तो दूसरे भ्रष्टाचारी नेताओं की तरह आज भी हम बीजेपी में शामिल हो चुके होते आज तक। इस तरह देश के ईमानदार नेताओं को जेल में डाल के और भ्रष्टाचारियों को अपनी पार्टी में शामिल करवा के ऐसे तो देश आगे नहीं बढ़ सकता। ये क्या चल रहा है? ये जो कुछ भी चल रहा है बहुत खतरनाक है। ये हमारे जनतंत्र के लिए बहुत गलत है। इसे रोकना होगा। मैं हमेशा देश के लिए लड़ा हूं। मेरा तन मन धन देश के लिए है। मेरी एक एक सांस देश के लिए है। मेरी खून की एक एक बूंद देश के लिए है। मेरे शरीर का एक एक कतरा देश के लिए समर्पित है। हमें मिलकर देश को बचाना है। मैं पूरी जी जान से इनके खिलाफ लड़ रहा हूं। आपका साथ चाहिए। ਜਲੰਧਰ ਦੇ ਡੀਐਸਪੀ ਦਲਵੀਰ ਦਿਓਲ ਦੇ ਕਤਲ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਮਾਮਲੇ ਦੇ ਮੁਲਜ਼ਮ ਆਟੋ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ। ਨਾਲ ਹੀ ਪੁਲਿਸ ਨੇ ਮੁਲਜ਼ਮ ਕੋਲੋਂ ਵਾਰਦਾਤ ਸਮੇਂ ਵਰਤੇ ਹਥਿਆਰ ਨੂੰ ਵੀ ਬਰਾਮਦ ਕਰ ਲਿਆ। ਡੀਸੀਪੀ ਇਨਵੈਸਟੀਗੇਸ਼ਨ ਤੇ ਇਹਨਾਂ ਦੀ ਬਾਕੀ ਟੀਮ ਏਸੀਪੀ ਸੈਂਟਰਲ ਤੇ ਏਸੀਪੀ ਇਨਵੈਸਟੀਗੇਸ਼ਨ ਇਹਨਾਂ ਨੇ ਕਾਫੀ ਮਿਹਨਤ ਕੀਤੀ। ਸਾਡਾ ਆਪਣੀ ਫੈਮਿਲੀ ਦਾ ਮੈਂਬਰ ਸੀਗਾ, ਇਹਨਾਂ ਦਾ ਪਰਿਵਾਰ ਸਾਡਾ ਆਪਣਾ ਪਰਿਵਾਰ ਹੈ ਕਿ ਅਸਲ ਵਿੱਚ ਹੋਇਆ ਕੀ ਹੈ। ਪਹਿਲੇ ਕੁਝ ਹੋਰ ਆਸ਼ੰਕਾ ਜਤਾਈ ਜਾ ਰਹੀ ਸੀਗੀ। ਪੋਸਟਮਾਰਟਮ ਤੋਂ ਬਾਅਦ ਪਤਾ ਲੱਗਿਆ ਕਿ ਇੱਕ ਗਨ ਸ਼ਾਟ ਇੰਜਰੀ ਹੈ ਤੇ ਮੌਤ ਦਾ ਕਾਰਨ ਗਨ ਸ਼ਾਟ ਵੂੰਡ ਹੈ। ਰਾਈਟ ਆਈ ਦੇ ਉੱਤੇ ਐਂਟਰੀ ਪੁਆਇੰਟ ਸੀਗਾ। ਐਗਜ਼ਿਟ ਪੁਆਇੰਟ ਸਿਰ ਦੇ ਪਿੱਛੋਂ ਸੀਗਾ, ਨੈਕ ਤੋਂ ਉੱਤੇ। ਐਂਡ ਮੌਕੇ ਤੇ 9mm ਦੀ ਖੋਲ ਮਿਲਿਆ ਸੀਗਾ। 9mm ਦਾ ਖੋਲ ਮਿਲਿਆ ਤਾਂ ਸਾਨੂੰ ਇਹ ਲੱਗਿਆ ਕਿ ਇਹਨਾਂ ਦੇ ਕੋਲ ਇਹਨਾਂ ਦਾ ਆਪਣਾ ਵੈਪਨ ਵੀ ਹੋਣਾ ਹੈ। ਇਹਨਾਂ ਨੂੰ ਸਰਕਾਰੀ ਗਲੌਕ ਜਿਹੜਾ ਹੈ 9mm ਉਹ ਸ਼ੂਟ ਸੀਗਾ। ਇਨਵੈਸਟੀਗੇਸ਼ਨ ਚੱਲਦੀ ਰਹੀ 2 ਦਿਨਾਂ ਵਿੱਚ। ਸੀਕੁਐਂਸ ਆਫ ਇਵੈਂਟਸ ਜਿਹੜੇ ਸੀਗੇ ਕਿ 31 ਤਰੀਕ ਸ਼ਾਮ ਨੂੰ
ਇਹਨਾਂ ਨੇ ਇੱਕ ਗੈਰਾਜ ਓਨਰ ਨੂੰ ਬੁਲਾਇਆ ਸੀ। ਉਸ ਗੈਰਾਜ ਓਨਰ ਦੇ ਗੈਰਾਜ 'ਚ ਇੱਕ ਗੱਡੀ ਜਿਹਦਾ ਇਹਨਾਂ ਦੀ ਗੱਡੀ ਦੇ ਨਾਲ ਐਕਸੀਡੈਂਟ ਹੋ ਗਿਆ ਸੀਗਾ ਉਹ ਖੜੀ ਸੀਗੀ। ਜਿਸ ਬੰਦੇ ਨਾਲ ਐਕਸੀਡੈਂਟ ਹੋਇਆ ਸੀਗਾ ਉਹਨੂੰ ਵੀ ਬੁਲਾਇਆ ਕਿ ਮੈਂ ਦੇਖਣਾ ਚਾਹੁੰਦਾ ਕਿ ਗੱਡੀ ਦਾ ਕਿੰਨਾ ਕੰਮ ਹੋ ਗਿਆ। ਉਹਨਾਂ ਦੇ ਨਾਲ ਬਹਿ ਕੇ ਇਹ ਖੁੱਜੇਵਾਲ ਪਿੰਡ ਤੋਂ ਗੈਰਾਜ ਜਿਹੜਾ ਹੈ ਉੱਥੇ ਆ ਗਏ, ਮੋਟਰ ਗੈਰਾਜ। ਉਸ ਤੋਂ ਬਾਅਦ ਇਹਨਾਂ ਨੇ ਦੋਨਾਂ ਨੂੰ ਕਿਹਾ ਕਿ ਮੈਨੂੰ ਤੁਸੀਂ ਬੱਸ ਅੱਡਾ ਛੱਡ ਦਿਓ। ਬੱਸ ਅੱਡੇ ਇਹਨਾਂ ਦਾ ਕੋਈ ਫਰੈਂਡ ਰਹਿੰਦਾ ਸੀਗਾ, ਉਹ ਫਰੈਂਡ ਉੱਥੇ ਮੌਜੂਦ ਨਹੀਂ ਸੀਗਾ। ਇਹਨਾਂ ਨੇ ਆਟੋ ਲਿੱਤਾ, ਆਟੋ ਲੈ ਕੇ ਇਹ ਕਚਹਿਰੀ ਚੌਂਕ ਵੱਲ ਆਏ। ਉਸ ਤੋਂ ਬਾਅਦ ਫਿਰ ਦੁਬਾਰਾ ਕੋਈ 9 9:30 ਵਜੇ ਵਾਪਸ ਬੱਸ ਅੱਡੇ ਚਲੇ ਗਏ। ਉੱਥੋਂ ਇੱਕ ਦੂਜਾ ਆਟੋ ਲਿੱਤਾ ਇਹਨਾਂ ਨੇ, ਦੂਜਾ ਆਟੋ ਲਿੱਤਾ, ਉਹਨੂੰ ਕਿਹਾ ਕਿ ਮੈਂ ਖੋਜੇਵਾਲ ਜਾਣਾ। ਉਹਨੇ ਕਿਹਾ ਜੀ ਮੈਂ ਇੰਨੀ ਦੂਰ ਨਹੀਂ ਜਾਊਂਗਾ। ਤੇ ਇਹਨਾਂ ਨੇ ਕਿਹਾ ਚਲ ਮੈਨੂੰ ਤੂੰ ਕਪੂਰਥਲਾ ਚੌਂਕ ਜਾਂ ਮਾਮੇ ਦੇ ਢਾਬੇ ਤੱਕ ਛੋੜ ਕਰ ਦੇ, ਉੱਥੋਂ ਮੈਂ ਆਗੇ ਕੁਝ ਹੋਰ ਕਰ ਲੈਣਾ, ਕੋਈ ਟੈਕਸੀ ਕਰ ਲੈਣਾ ਜਾਂ ਮੇਰਾ ਕੋਈ ਜਾਣਕਾਰ ਹੋਗਾ ਨੂੰ ਮੈਂ ਬੁਲਾ ਲਿਆਂਗਾ। ਇਵੈਂਚੁਅਲੀ ਦੇਰੀ ਹੋ ਗਈ ਸੀਗੀ, 12:30 ਦੇ ਕਰੀਬ ਇਹ ਮਾਮੇ ਦੇ ਢਾਬੇ ਦੇ ਕੋਲ ਸੀਗੇ। ਉੱਥੋਂ ਕੋਈ ਵਹੀਕਲ ਮਿਲੀ ਨਹੀਂ, ਨਿਊ ਈਅਰ ਈਵ ਸੀਗੀ, ਠੰਡ ਸੀਗੀ। ਇਹਨਾਂ ਨੇ ਉਹਨੂੰ ਕਿਹਾ ਕਿ ਤੂੰ ਮੈਨੂੰ ਛੱਡ ਦੇ ਖੋਜੇਵਾਲ ਪਿੰਡ, ਇਹਨਾਂ ਦਾ ਆਪਣਾ ਜਿਹੜਾ ਪੁਸ਼ਤਾਨੀ ਪਿੰਡ ਹੈ। ਉਹਨੇ ਮਨਾ ਕੀਤਾ। ਜਿਹੜਾ ਮੁੰਡਾ ਸੀਗਾ ਉਹ ਨਸ਼ੇੜੀ ਟਾਈਪ ਦਾ ਹੈ ਤੇ ਨਸ਼ਾ ਵੀ ਕਰਦਾ ਹੈ, ਜਿਹੜਾ ਆਟੋ ਚਾਲਕ ਹੈ। ਨਸ਼ਾ ਛੁਡਾਊ ਕੇਂਦਰ ਤੋਂ ਦਵਾਈ ਵੀ ਲੈਂਦਾ ਹੈ। ਕਹਾ ਸੁਣੀ 'ਚ ਹੱਥਪਾਈ ਵੀ ਹੋਈ ਇਹਨਾਂ ਦੀ। ਹੱਥਪਾਈ ਵਿੱਚੋਂ ਉਹਨੇ ਜਿਹੜਾ ਇਹਨਾਂ ਦਾ ਸਰਕਾਰੀ ਵੈਪਨ ਸੀਗਾ ਉਹ ਖੋ ਕੇ ਇੱਕ ਫਾਇਰ ਕੀਤਾ। ਇੱਕ ਫਾਇਰ ਤੋਂ ਹੀ ਇਹਨਾਂ ਦੀ ਡੈਥ ਹੋ ਗਈ। ਜਿਹੜਾ ਬੰਦਾ ਆਇਡੈਂਟੀਫਾਈ ਕੀਤਾ ਗਿਆ ਹੈ ਉਹਦਾ ਨਾਮ ਵਿਜੇ ਕੁਮਾਰ ਹੈ। ਇਹ ਜਲੰਧਰ ਦਾ ਰਹਿਣ ਵਾਲਾ ਹੈ, 6 ਸਾਲ ਤੋਂ ਆਟੋ ਚਲਾ ਰਿਹਾ ਹੈ। ਇਹਦਾ ਇੱਕ ਹੋਰ ਭਰਾ ਵੀ ਹੈ, ਫਾਦਰ ਇਹਦਾ ਡਰਾਈਵਰੀ ਦਾ ਕੰਮ ਕਰਦਾ ਸੀਗਾ। ਇਸ ਨੋ ਮੋਰ ਇਹਨੂੰ ਅਰੈਸਟ ਕਰ ਲਿਆ ਹੈ। ਇਹਦੇ ਪੋਜੀਸ਼ਨ ਤੋਂ 9mm ਬਲੌਕ ਮਿਲਿਆ ਹੈ, ਬੁਲੇਟਸ ਮਿਲੀਆਂ ਜਿਹੜੀ ਸਰਕਾਰੀ ਇਸ਼ੂ ਹੈ, ਪਲੱਸ ਇਹਦੇ ਕੱਪੜੇ ਜਿਹੜੇ ਖੂਨ ਤੋਂ ਲਿਪਤ ਸੀਗੇ ਉਹ ਆਪਾਂ ਬਰਾਮਦ ਕਰ ਲਏ। ਦ ਕੇਸ ਹੈਜ਼ ਬੀਨ ਟ੍ਰੇਸਡ ਤੇ ਫੈਮਿਲੀ, ਇਹਨਾਂ ਦੀ ਫੈਮਿਲੀ ਜਿਹੜੀ ਉਹਨਾਂ ਦੇ ਨਾਲ ਵੀ ਗੱਲ ਹੋਈ, ਉਹ ਸਾਡੀ ਆਪਣੀ ਫੈਮਿਲੀ, ਉਹਨਾਂ ਨੂੰ ਆਪਾਂ ਇਹ ਦੱਸਿਆ ਹੈ ਕਿ ਪੂਰਾ ਜਿਹੜਾ ਮੈਂ ਤੁਹਾਨੂੰ ਬਰੀਫ ਕਰ ਰਿਹਾ ਸੀਕੁਐਂਸ ਆਫ ਇਵੈਂਟਸ ਦੱਸਿਆ। ਕੋਈ ਕੁਐਸਚਨ ਹੈ ਤੁਹਾਨੂੰ ਪੁੱਛੋ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ।